ਹੈਲੋ ਸਟੂਡੈਂਟਸ 11th ਕਾਮਰਸ ਦੇ ਸਟੂਡੈਂਟਸ ਦੇ ਲਈ ਅੱਜ ਦਾ ਅਕਾਊਂਟਸ ਦਾ ਫਸਟ ਚੈਪਟਰ ਹੈ ਸਾਡਾ ਇੰਟਰੋਡਕਸ਼ਨ ਟੂ ਅਕਾਊਂਟਿੰਗ ਐਂਡ ਥਿਊਰੀ ਬੇਸ ਅਕਾਊਂਟਿੰਗ। ਇਸ ਚੈਪਟਰ ਦੇ ਵਿੱਚ ਅਕਾਊਂਟਿੰਗ ਨਾਲ ਰਿਲੇਟਡ ਸਾਰੀ ਥਿਊਰੀ ਬਾਰੇ ਦੱਸਿਆ ਗਿਆ। ਇਹ ਤੁਹਾਨੂੰ ਮੈਂ ਮੇਨ ਸ਼ਾਰਟ ਦੇ ਵਿੱਚ ਦੱਸਾਂਗੀ। ਤੁਹਾਡੇ ਐਗਜ਼ਾਮ ਦੇ ਵਿੱਚ ਤੁਹਾਨੂੰ ਇਸ ਨਾਲ ਰਿਲੇਟਡ ਜੋ ਕੁਝ ਪੁੱਛਿਆ ਜਾਂਦਾ ਹੈ ਅਕਾਊਂਟਿੰਗ ਦਾ, ਸਭ ਤੋਂ ਪਹਿਲਾਂ ਮੀਨਿੰਗ, ਇਸ ਦਾ ਮੀਨਿੰਗ ਕੀ ਹੈ, ਅਕਾਊਂਟਿੰਗ ਕੀ ਹੈ, ਉਸ ਦਾ ਮੀਨਿੰਗ, ਕਨਸੈਪਟ ਕੀ ਹੈ, ਆਬਜੈਕਟਿਵਸ ਜਿਹੜੀ ਅਕਾਊਂਟਿੰਗ ਹੈ ਉਹ ਕਿਸ ਆਬਜੈਕਟ ਦੇ ਲਈ, ਕਿਸ ਉਦੇਸ਼ ਨਾਲ ਕੀਤੀ ਜਾਂਦੀ ਹੈ, ਕਿਉਂ ਕੀਤੀ ਜਾਂਦੀ ਹੈ, ਐਡਵਾਂਟੇਜਸ, ਇਸ ਨੂੰ ਕਰਨ ਦੇ ਕੀ ਐਡਵਾਂਟੇਜਸ ਨੇ, ਕੀ ਯੂਜ਼ਸ ਨੇ, ਕੀ ਲਿਮਿਟੇਸ਼ਨ ਨੇਗੀਆਂ, ਕਿਉਂਕਿ ਸਾਨੂੰ ਪਤਾ ਹਰ ਇੱਕ ਚੀਜ਼ ਦੇ ਜਿਸ ਦੇ ਐਡਵਾਂਟੇਜਸ ਹੁੰਦੇ ਆ ਨਾਲ ਉਸ ਦੀਆਂ ਲਿਮਿਟੇਸ਼ਨਸ ਵੀ ਹੁੰਦੀਆਂ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਡਿਸਐਡਵਾਂਟੇਜਸ, ਲਾਭ ਅਤੇ ਹਾਨੀਆਂ ਹਰ ਇੱਕ ਚੀਜ਼ ਦੀਆਂ। ਅਕਾਊਂਟਿੰਗ ਦਾ ਵੀ ਇਸੇ ਤਰ੍ਹਾਂ ਹੀ ਆ ਸਭ ਕੁਝ, ਮੀਨਿੰਗ, ਕਨਸੈਪਟ, ਆਬਜੈਕਟਿਵਸ, ਐਡਵਾਂਟੇਜਸ ਐਂਡ ਲਿਮਿਟੇਸ਼ਨਸ। ਇਹ ਥਿਊਰੀ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਡਿਟੇਲ ਦੇ ਵਿੱਚ ਚੰਗੀ ਤਰ੍ਹਾਂ ਸਟੱਡੀ ਕਰ ਲੈਣੀ ਹੈ। ਮੈਂ ਤੁਹਾਨੂੰ ਮੇਨ ਇਸ ਨਾਲ ਰਿਲੇਟਡ ਦੱਸਾਂਗੀ। ਮੇਨ ਚੀਜ਼ ਆ ਸਾਡੀ ਮੀਨਿੰਗ ਅਕਾਊਂਟਿੰਗ ਦਾ ਅਤੇ ਇਸ ਦਾ ਪ੍ਰੋਸੈਸ ਕੀ ਹੈ। Meaning as the accounting is an art as well as science of recording. First number the recording, classifying, summarizing, interpreting and communicating the financial information to the users to make decisions or form judgments. ਇਹਦਾ meaning ਕੀ ਹੈ, accounting ਕੀ ਹੈ, accounting is an art, accounting ਇੱਕ ਕਲਾ ਹੈ, ਐਜ਼ ਵੈਲ ਐਜ਼ ਸਾਇੰਸ, ਇਹ ਸਾਇੰਸ ਵੀ ਹੈ। ਕਿਸ ਚੀਜ਼ ਦੀ, ਆਫ ਰਿਕਾਰਡਿੰਗ, ਰਿਕਾਰਡ ਕਰਨ ਦੀ, ਕਲਾਸੀਫਾਈਂਗ, ਉਹਨਾਂ ਨੂੰ ਕਲਾਸੀਫਾਈ ਕਰਨਾ, ਸਮਰਾਈਜ਼ਿੰਗ, ਉਸ ਦੀ ਸਮਰੀ ਬਣਾ ਲੈਣੀ, ਉਹਨੂੰ ਸਮਰਾਈਜ਼ ਕਰ ਲੈਣਾ, ਇੰਟਰਪ੍ਰੇਟਿੰਗ, ਉਸ ਦਾ ਐਂਡ 'ਤੇ ਰਿਜ਼ਲਟ ਕੱਢਣਾ, ਐਂਡ ਕਮਿਊਨੀਕੇਟਿੰਗ ਦ ਫਾਈਨੈਂਸ਼ੀਅਲ ਇਨਫੋਰਮੇਸ਼ਨ। ਫਾਈਨੈਂਸ਼ੀਅਲ ਇਨਫੋਰਮੇਸ਼ਨ ਮੀਨਸ ਫਾਈਨੈਂਸ਼ਲੀ ਉਸ ਦੀ ਇਨਫੋਰਮੇਸ਼ਨ ਇਕੱਠੀ ਕਰ ਲੈਣੀ, ਉਸ ਦਾ ਰਿਜ਼ਲਟ ਕੱਢਣਾ ਅਤੇ ਕਮਿਊਨੀਕੇਟ ਕਰਨਾ। ਕਿਸ ਨੂੰ ਕਮਿਊਨੀਕੇਟ ਕਰਨਾ, ਟੂ ਦਾ ਯੂਜ਼ਰਸ ਟੂ ਮੇਕ ਡਿਸੀਜ਼ਨਸ ਔਰ ਫੋਰਮ ਜੱਜਮੈਂਟਸ। ਕਿਸ ਨੂੰ ਕਮਿਊਨੀਕੇਟ ਕਰਨਾ, ਕਿਸ ਤੱਕ ਪਹੁੰਚਾਉਣਾ, ਉਸ ਦੇ ਬਿਜ਼ਨਸ ਦੇ ਯੂਜ਼ਰਸ ਨਾਲ ਇਹ ਸਾਰਾ ਕਮਿਊਨੀਕੇਟ ਕਰਨਾ। ਕਿਸ ਦੇ ਲਈ, ਟੂ ਮੇਕ ਡਿਸੀਜ਼ਨਸ, ਉਹਨਾਂ ਨੂੰ ਡਿਸੀਜ਼ਨ ਲੈਣ ਦੇ ਲਈ ਜਾਂ ਕਿਸੇ ਕਿਸਮ ਦੀ ਕੋਈ ਜੱਜਮੈਂਟ ਕਰਨ ਦੇ ਲਈ। ਅਕਾਊਂਟਿੰਗ ਕੀ ਹੈ, ਇਹ ਸਾਰੀ ਇਹ ਪ੍ਰੋਸੈਸ ਨਾਲ ਰਿਲੇਟਡ ਹੀ ਇਸ ਦਾ ਮੀਨਿੰਗ ਹੈ ਜਿਹੜਾ, ਇਹ ਸਾਰਾ ਅੱਗੇ ਆਪਾਂ ਪ੍ਰੋਸੈਸ ਕਰਾਂਗੇ ਅਕਾਊਂਟਿੰਗ ਦਾ। ਜੋ ਵੀ ਇਸ ਦਾ ਪ੍ਰੋਸੈਸ ਹੈ ਉਹ ਸਾਰਾ ਇਸ ਦੀ ਮੀਨਿੰਗ ਦੇ ਵਿੱਚ ਦਿੱਤਾ ਹੋਇਆ, ਇਸ ਦੀ ਡੈਫੀਨੇਸ਼ਨ ਦੇ ਵਿੱਚ ਦਿੱਤਾ ਹੋਇਆ ਕਿ ਅਕਾਊਂਟਿੰਗ ਕੀ ਹੈ। ਅਸੀਂ ਪੁਆਇੰਟਸ ਟੂ ਪੁਆਇੰਟ ਕਰਾਂਗੇ ਪ੍ਰੋਸੈਸ ਆਫ ਅਕਾਊਂਟਿੰਗ, ਨਾਲ ਸਾਡੇ ਮੀਨਿੰਗ ਦੀ ਰਿਵੀਜ਼ਨ ਹੋ ਜਾਏਗੀ, ਨਾਲ ਪ੍ਰੋਸੈਸ ਹੋ ਜਾਏਗਾ। ਅਕਾਊਂਟਿੰਗ ਇਜ਼ ਐਨ ਆਰਟ ਐਜ਼ ਵੈਲ ਐਜ਼ ਸਾਇੰਸ। ਅਕਾਊਂਟਿੰਗ ਕੀ ਹੈ, ਇੱਕ ਕਲਾ ਵੀ ਹੈ ਅਤੇ ਇੱਕ ਵਿਗਿਆਨ ਵੀ ਹੈ, ਸਾਇੰਸ ਵੀ ਹੈ, ਕਿਉਂਕਿ ਪ੍ਰਿੰਸੀਪਲਸ ਦੇ ਆਧਾਰਿਤ ਹੈ। ਅਸੀਂ ਰੂਲਸ ਦੇ ਅਕੋਰਡਿੰਗ ਅਸੀਂ ਇਸ ਦੀ ਅੱਗੇ ਜੋ ਟ੍ਰਾਂਜੈਕਸ਼ਨਸ ਕਰਾਂਗੇ ਰੂਲਸ ਦੇ ਅਕੋਰਡਿੰਗ ਕਰਾਂਗੇ, ਇਸ ਕਰਕੇ ਇਹਨੂੰ ਕਹਿੰਦੇ ਆ ਕਿ ਇਹ ਸਾਇੰਸ ਵੀ ਹੈ। ਇਹਦਾ ਪ੍ਰੋਸੈਸ ਹੈ ਅੱਗੇ, ਇਹਦੇ ਨਾਲ ਹੀ ਆਪਾਂ ਟੈਲੀ ਕਰਾਂਗੇ। ਆਈਡੈਂਟੀਫਾਈ ਦਾ ਬਿਜ਼ਨਸ ਟ੍ਰਾਂਜੈਕਸ਼ਨਸ ਐਂਡ ਇਵੈਂਟਸ। ਜਿੰਨੀਆਂ ਵੀ ਬਿਜ਼ਨਸ ਨਾਲ ਰਿਲੇਟਡ ਟ੍ਰਾਂਜੈਕਸ਼ਨਸ ਹੈ, ਦੇਣ ਲੈਣ ਹੈ, ਜੋ ਇਵੈਂਟਸ ਨੇਗੇ ਉਸ ਨੂੰ ਪਹਿਲਾਂ ਆਈਡੈਂਟੀਫਾਈ ਕਰਨਾ, ਉਸ ਦੀ ਪਹਿਚਾਣ ਕਰਨੀ। ਦੂਸਰਾ, ਮੈਜ਼ਰਿੰਗ ਦਾ ਆਈਡੈਂਟੀਫਾਈਡ ਟ੍ਰਾਂਜੈਕਸ਼ਨਸ ਐਂਡ ਇਵੈਂਟਸ। ਜਿੰਨੀਆਂ ਵੀ ਟ੍ਰਾਂਜੈਕਸ਼ਨਸ ਜਾਂ ਇਵੈਂਟਸ ਨੇਗੇ ਜੋ ਅਸੀਂ ਆਈਡੈਂਟੀਫਾਈ ਕੀਤੇ ਆ ਫਸਟ ਪੁਆਇੰਟ ਦੇ ਵਿੱਚ, ਉਸ ਨੂੰ ਮੈਜ਼ਰ ਕਰਨਾ, ਮਨੀ ਦੇ ਵਿੱਚ ਮੈਜ਼ਰ ਕਰਨਾ, ਮੀਨਸ ਆਪਣੀ ਕਰੰਸੀ ਦੇ ਵਿੱਚ। ਤੀਸਰਾ ਪੁਆਇੰਟ ਹੈ ਰਿਕਾਰਡਿੰਗ ਦਾ ਬਿਜ਼ਨਸ ਟ੍ਰਾਂਜੈਕਸ਼ਨਸ। ਜੋ ਬਿਜ਼ਨਸ ਟ੍ਰਾਂਜੈਕਸ਼ਨਸ ਹੈ ਜਿਨ੍ਹਾਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ, ਮੈਜ਼ਰ ਵੀ ਕਰ ਲਿਆ, ਸਾਡੇ ਕੋਲ ਅਮਾਊਂਟ ਵੀ ਆ ਗਈ, ਉਹਨਾਂ ਨੂੰ ਫਿਰ ਅਸੀਂ ਰਿਕਾਰਡ ਕਰਨਾ। ਰਿਕਾਰਡ ਕਿਸ ਚੀਜ਼ ਦੇ ਵਿੱਚ ਕਰਨਾ, ਇਨ ਜਰਨਲ ਸਭ ਤੋਂ ਪਹਿਲਾਂ ਜੋ ਸਾਡੀ ਓਰੀਜਨਲ ਬੁੱਕ ਹੁੰਦੀ ਹੈ ਐਂਟਰੀਜ਼ ਦੀ, ਜਿਸ ਅਸੀਂ ਅਕਾਊਂਟਿੰਗ ਦੀਆਂ ਸਾਰੀਆਂ ਜੋ ਹੈ ਟ੍ਰਾਂਜੈਕਸ਼ਨਸ ਕਰਾਂਗੇ, ਤੁਹਾਨੂੰ ਅੱਗੇ ਜਾ ਕੇ ਪਤਾ ਚੱਲਣਾ। ਤੁਸੀਂ ਪਹਿਲਾਂ ਪ੍ਰੋਸੈਸ ਸਮਝ ਲਓ ਕੀ ਹੈ ਕਿ ਸਭ ਤੋਂ ਪਹਿਲਾਂ ਬਿਜ਼ਨਸ ਦੀਆਂ ਜੋ ਵੀ ਟ੍ਰਾਂਜੈਕਸ਼ਨਸ ਹੈ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕਰਨਾ, ਉਹ ਕਿਸ ਕਿਸਮ ਦੀਆਂ ਕੀ ਚੀਜ਼ ਆ, ਉਹ ਮੈਜ਼ਰਿੰਗ ਕਰਨਾ, ਉਹਨਾਂ ਨੂੰ ਅਮਾਊਂਟ ਦੇ ਵਿੱਚ ਮੈਜ਼ਰ ਕਰਨਾ ਕਿ ਕਿੰਨੀ ਅਮਾਊਂਟ ਹੈ। ਉਸ ਤੋਂ ਬਾਅਦ ਉਹਨਾਂ ਨੂੰ ਰਿਕਾਰਡ ਕਰਨਾ ਬੁੱਕਸ ਦੇ ਵਿੱਚ, ਮੀਨਸ ਜਰਨਲ ਸਭ ਤੋਂ ਪਹਿਲਾਂ, ਜਰਨਲ ਦੇ ਵਿੱਚ ਜਾਂ ਵੇਰੀਅਸ ਸਬਸਿਡਰੀ ਬੁੱਕਸ ਮੀਨਸ ਜਰਨਲ ਦੀ ਤਰ੍ਹਾਂ ਹੋਰ ਵੀ ਅੱਗੇ ਹੋਰ ਬੁੱਕਸ ਹੁੰਦੀਆਂ ਨੇ, ਜਿਵੇਂ ਕੈਸ਼ ਬੁੱਕ ਹੋ ਗਈ, ਪਰਚੇਜ਼ ਬੁੱਕ ਹੋ ਗਈ, ਸੇਲ ਬੁੱਕ ਹੋ ਗਈ, ਪਰਚੇਜ਼ ਰਿਟਰਨ ਬੁੱਕ ਹੋ ਗਈ, ਸੇਲ ਰਿਟਰਨ ਬੁੱਕ ਹੋ ਗਈ, ਇਸ ਤਰ੍ਹਾਂ ਦੀਆਂ ਤੁਹਾਨੂੰ ਅੱਗੇ ਜਾ ਕੇ ਪਤਾ ਚੱਲੇਗਾ। ਉਸ ਤੋਂ ਬਾਅਦ 4th ਪੁਆਇੰਟ ਆ ਗਿਆ ਰਿਕਾਰਡਿੰਗ ਤੋਂ ਬਾਅਦ
फोर्थ पॉइंट है क्लासीफाइंग द बिजनेस ट्रांजैक्शनस। जिन्नियां भी असी बिजनेस ट्रांजैक्शनस नूं असी रिकॉर्ड कर चुके हैं, इन्हां बुक्स दे विच असी रिकॉर्ड कर चुके हैं, उन्हां नूं असी क्लासीफाई करना। क्लासीफाई असी किहदे विच करदे हां, उस नूं कहंदे आ लेजर्स। सैपरेट कर देना, अलग अलग सैपरेट अकाउंट हैड्स बना देने आ। उस तो बाद आ गया फिफ्थ पॉइंट समराइजिंग द बिजनेस ट्रांजैक्शनस। जिन्नियां भी बिजनेस ट्रांजैक्शनस नेगियां क्लासीफाई करन तो बाद असी उन्हां नूं समराइज करना। समराइज मीनस इन्हां सारियां दा असी इकट्ठे कर देना, ट्रायल बैलेंस बना देना ਜਾਂ ਇਨਕਮ ਐਂਡ ਸਟੇਟਮੈਂਟ ਜਾਂ ਬੈਲੈਂਸ ਸ਼ੀਟ। ਇਹ ਤਿੰਨ ਹੁੰਦੇ ਆ ਸਮਰਾਈਜ਼ ਕਰਨਾ, ਟਰਾਇਲ ਬੈਲੈਂਸ, ਇਨਕਮ ਸਟੇਟਮੈਂਟ ਬਣਾਉਣੀ, ਉਸ ਦੀ ਬੈਲੈਂਸ ਸ਼ੀਟ ਬਣਾਉਣੀ। ਐਂਡ ਹੋ ਜਾਂਦਾ ਇੱਥੇ ਆ ਕੇ ਇਹ। ਉਸ ਤੋਂ ਬਾਅਦ 6 ਪੁਆਇੰਟ ਹੈ ਐਨਾਲਾਈਜ਼ਿੰਗ ਦਾ ਬਿਜ਼ਨਸ ਟ੍ਰਾਂਜੈਕਸ਼ਨਸ। ਜਦੋਂ ਸਾਡੇ ਕੋਲੇ ਟਰਾਇਲ ਬੈਲੈਂਸ ਆ ਜਾਂਦਾ ਜਾਂ ਇਨਕਮ ਸਟੇਟਮੈਂਟ ਬੈਲੈਂਸ ਸ਼ੀਟ ਆ ਜਾਂਦੀ ਹੈ, ਉਸ ਨੂੰ ਅਸੀਂ ਦੇਖ ਕੇ, ਉਸ ਬੈਲੈਂਸ ਸ਼ੀਟ ਨੂੰ ਅਸੀਂ ਦੇਖ ਕੇ ਐਨਾਲਾਈਜ਼ ਕਰਨਾ ਹੈ ਕਿ ਸਾਡਾ ਬਿਜ਼ਨਸ ਹੈ ਜਿਹੜਾ ਉਸ ਦੀ ਕੀ ਸਟਰੈਂਥ ਹੈ ਜਾਂ ਵੀਕਨੈਸ ਹੈ। ਇਸ ਦਾ ਪਰਪਸ ਕੀ ਹੈ? ਇਸ ਦਾ ਪਰਪਸ, ਮੇਨ ਪਰਪਸ ਹੈ, ਇਟਸ ਪਰਪਸ ਇਜ਼ ਟੂ ਆਈਡੈਂਟੀਫਾਈ ਦਾ ਬਿਜ਼ਨਸ ਸਟਰੈਂਥ ਔਰ ਵੀਕਨੈਸ, ਕਿ ਬਿਜ਼ਨਸ ਦੀ ਸਟਰੈਂਥ ਜਾਂ ਵੀਕਨੈਸ ਕਿੰਨੀ ਹੈ, ਬਿਜ਼ਨਸ ਸਾਡਾ ਕਿੱਥੇ ਸਟੈਂਡ ਕਰਦਾ। ਉਸ ਤੋਂ ਬਾਅਦ 7th ਪੁਆਇੰਟ ਹੈ ਇੰਟਰਪ੍ਰੀਟਿੰਗ ਦਾ ਬਿਜ਼ਨਸ ਟ੍ਰਾਂਜੈਕਸ਼ਨਸ। ਜੋ ਇੱਥੋਂ ਤੱਕ ਟ੍ਰਾਂਜੈਕਸ਼ਨ ਸਾਰੀਆਂ ਹੋ ਗਈਆਂ, ਐਨਾਲਾਈਜ਼ ਕਰਤਾ, ਐਂਡ ਤੇ ਆ ਕੇ ਅਸੀਂ ਇਹਨੂੰ ਇੰਟਰਪ੍ਰੀਟ ਕਰਨਾ, ਉਸ ਦਾ ਰਿਜ਼ਲਟ ਕੱਢਣਾ ਕਿ ਬਿਜ਼ਨਸ ਸਾਨੂੰ ਘਾਟੇ ਵੱਧ ਲੈ ਕੇ ਜਾ ਰਿਹਾ ਜਾਂ ਵਾਧੇ ਵੱਲ ਲੈ ਕੇ ਜਾ ਰਿਹਾ। ਉਸ ਤੋਂ ਬਾਅਦ ਐਂਡ ਤੇ ਜਾ ਕੇ ਜੋ ਅਸੀਂ ਟ੍ਰਾਂਜੈਕਸ਼ਨ ਸਭ ਹੋ ਗਿਆ, ਇੰਟਰਪ੍ਰੀਟ ਹੋ ਗਿਆ, ਐਂਡ ਤੇ ਅਸੀਂ ਯੂਜ਼ਰਸ ਦੇ ਨਾਲ, ਯੂਜ਼ਰਸ ਮੀਨਸ ਉਹ ਪਰਸਨਸ ਜਿਹੜੇ ਇਸ ਬਿਜ਼ਨਸ ਨਾਲ ਰਿਲੇਟਡ ਨੇ, ਜਿਨ੍ਹਾਂ ਦਾ ਇਸ ਬਿਜ਼ਨਸ ਨਾਲ ਵਾਹ ਵਾਸਤਾ, ਜਿਨ੍ਹਾਂ ਨੂੰ ਇਸ ਬਿਜ਼ਨਸ ਦੀ ਹਰ ਇੱਕ ਵਿੱਚੋਂ ਕੁਝ ਵੀ ਲੋੜ ਹੁੰਦੀ ਆ, ਜ਼ਰੂਰਤ ਹੁੰਦੀ ਹੈ ਕਿਸੇ ਚੀਜ਼ ਦੀ, ਤਾਂ ਉਹਨਾਂ ਨਾਲ ਅਸੀਂ ਕਮਿਊਨੀਕੇਟ ਕਰਨਾ। ਇੰਟਰਪ੍ਰੀਟ ਕਰਨ ਤੋਂ ਬਾਅਦ ਕਮਿਊਨੀਕੇਟ ਕਰਨਾ, ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਪੇਪਰ ਦੀ ਲੋੜ ਹੈ, ਕੋਈ ਟਰਾਇਲ ਬੈਲੈਂਸ ਦੀ ਲੋੜ ਹੈ, ਕਿਸੇ ਵੀ ਇਨਫੋਰਮੇਸ਼ਨ ਦੀ ਲੋੜ ਹੈ, ਤਾਂ ਇਹ ਯੂਜ਼ਰਸ ਜਿਹੜੇ ਆ, ਚਾਹੇ ਉਹ ਇੰਟਰਨਲ ਯੂਜ਼ਰ ਨੇ ਚਾਹੇ ਐਕਸਟਰਨਲ ਯੂਜ਼ਰਸ ਨੇ, ਕੋਈ ਵੀ ਇਸ ਨਾਲ ਰਿਲੇਟਡ ਨੇ ਬਿਜ਼ਨਸ ਨਾਲ, ਤਾਂ ਉਹਨਾਂ ਨਾਲ ਅਸੀਂ ਕਮਿਊਨੀਕੇਟ ਕਰ ਸਕਦੇ ਹਾਂ ਜੇ ਸਾਡਾ ਇੱਥੋਂ ਤੱਕ ਦਾ ਸਾਰਾ ਕੰਮ ਹੋ ਚੁੱਕਿਆ। ਇਹ ਹੋ ਗਏ ਸਾਡੇ 8 ਪੁਆਇੰਟਸ ਹੋ ਗਏ ਪ੍ਰੋਸੈਸ ਆਫ ਅਕਾਊਂਟਿੰਗ, ਜਿਹੜੇ ਸਾਡੇ ਮੀਨਿੰਗ ਨਾਲ ਵੀ ਰਿਲੇਟਡ ਸੀਗੇ। ਉਸ ਤੋਂ ਬਾਅਦ ਉਸ ਤੋਂ ਅਗਲਾ ਸਟੈਪ ਆ ਜਾਂਦਾ ਸਾਡਾ ਅਕਾਊਂਟਿੰਗ ਟਰਮੀਨੋਲੋਜੀ। ਅਕਾਊਂਟਿੰਗ ਟਰਮੀਨੋਲੋਜੀ ਦਾ ਮਤਲਬ ਇਹ ਆ, ਜਿਵੇਂ ਅਸੀਂ ਕਿਸੇ ਲੈਂਗੁਏਜ ਨੂੰ ਸਿੱਖਣ ਦੇ ਲਈ ਸਾਨੂੰ ਅਲਫਾਬੈਟਸ ਦੀ ਜ਼ਰੂਰਤ ਪੈਂਦੀ ਹੈ। ਅਸੀਂ ਇੰਗਲਿਸ਼ ਸਿੱਖਦੇ ਹਾਂ ਤਾਂ ਸਾਨੂੰ ABC, ਪੰਜਾਬੀ ਸਿੱਖਦੇ ਹਾਂ ਊੜਾ ਐੜਾ, ਹੈ ਨਾ। ਇਸ ਤਰ੍ਹਾਂ ਇਹ ਅਕਾਊਂਟਿੰਗ ਦੀ ਜਿਹੜੀ ਹੈ ਲੈਂਗੁਏਜ ਹੈ, ਜਿਸ ਨੂੰ ਅਸੀਂ ਅਕਾਊਂਟਿੰਗ ਟਰਮੀਨੋਲੋਜੀ ਕਹਿ ਦਿੰਦੇ ਹਾਂ। ਇਹ ਸਾਰੇ ਪੁਆਇੰਟਸ ਨੇ, ਮੇਨ ਟਰਮਸ ਨੇਗੀਆਂ, ਇਹਨਾਂ ਨੂੰ ਟਰਮਸ ਕਹਿ ਦਿੰਦੇ ਆ ਅਕਾਊਂਟਿੰਗ ਟਰਮੀਨੋਲੋਜੀ। ਇਹਨਾਂ ਦਾ ਅਸੀਂ ਮੀਨਿੰਗ ਵੀ ਕਰਾਂਗੇ। ਉਸ ਤੋਂ ਬਾਅਦ ਜੇ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਜਾਣ, ਬਿਲਕੁਲ ਇਹ ਬੇਸ ਹੈ ਅਕਾਊਂਟਿੰਗ ਦਾ, ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹਨਾਂ ਤੋਂ ਬਿਨਾਂ ਤੁਸੀਂ ਅੱਗੇ ਨਹੀਂ ਚੱਲ ਸਕਦੇ। ਇਸ ਕਰਕੇ ਮੈਂ ਵਾਰ-ਵਾਰ ਕਹਿ ਰਹੀ ਹਾਂ, ਧਿਆਨ ਨਾਲ ਸਮਝਣਾ। ਇਹ ਲੈਂਗੁਏਜ ਹੈ ਅਕਾਊਂਟਿੰਗ ਦੀ, ਜਿਹਨੂੰ ਅਸੀਂ ਅਕਾਊਂਟਿੰਗ ਟਰਮੀਨੋਲੋਜੀ ਕਹਿ ਦਿੰਦੇ ਹਾਂ। ਤਾਂ ਟਰਮੀਨੋਲੋਜੀ ਦੇ ਵਿੱਚ ਟਰਮਸ ਕਿਹੜੀਆਂ ਆ ਜਾਂਦੀਆਂ? ਸਭ ਤੋਂ ਪਹਿਲੇ ਨੰਬਰ 'ਤੇ ਕੈਪੀਟਲ ਆ ਜਾਂਦੀ ਆ। ਕੈਪੀਟਲ ਕੀ ਹੁੰਦੀ ਹੈ? ਪੰਜਾਬੀ ਦੇ ਵਿੱਚ ਅਸੀਂ ਪੂੰਜੀ ਕਹਿ ਦਿੰਦੇ ਹਾਂ। ਨਿਵੇਸ਼ ਕਰਨਾ, ਪੈਸਾ ਲਾਉਣਾ, ਕਿਸੇ ਨੇ ਬਿਜ਼ਨਸ ਕਰਨਾ। ਬਿਜ਼ਨਸ ਕਰਨ ਦੇ ਲਈ ਮੀਨਸ ਕੋਈ ਵੀ ਨਾਮ ਲੈ ਲਓ ਕਿਸੇ ਦਾ ਵੀ, ਕੋਈ ਮੋਹਨ ਲੈ ਲਓ, ਕੋਈ ਸ਼ਾਮ ਲੈ ਲਓ, ਕੋਈ ਵੀ ਆ, ਉਸਨੇ ਬਿਜ਼ਨਸ ਸ਼ੁਰੂ ਕਰਨਾ ਹੈ, ਬਿਜ਼ਨਸ ਸਟਾਰਟ ਕਰਨਾ ਹੈ, ਤਾਂ ਉਹ ਪੈਸੇ, ਤੁਹਾਨੂੰ ਪਤਾ ਸਭ ਨੂੰ ਕਿ ਪੈਸੇ ਤੋਂ ਬਿਨਾਂ ਬਿਜ਼ਨਸ ਹੁੰਦਾ ਹੀ ਨਹੀਂ। ਉਸਨੇ ਪੈਸਾ ਲੈ ਕੇ ਆਇਆ, ਆਪਣਾ ਬਿਜ਼ਨਸ ਸਟਾਰਟ ਕੀਤਾ। ਤਾਂ ਜਿਸ ਨੇ ਵੀ ਪੈਸਾ ਲਗਾਇਆ, ਬਿਜ਼ਨਸ ਸਟਾਰਟ ਕੀਤਾ, ਉਸ ਨੂੰ ਓਨਰ ਕਹਿ ਦਿੰਦੇ ਆ। ਅਤੇ ਓਨਰ ਨੇ ਜਿਹੜਾ ਪੈਸਾ ਲਾਇਆ ਉਸ ਨੂੰ ਕੈਪੀਟਲ ਕਹਿ ਦਿੰਦੇ ਆ। ਇਹ ਓਨਰ ਵੀ ਹੋ ਸਕਦਾ, ਆਊਟਸਾਈਡਰ ਵੀ ਹੋ ਸਕਦਾ, ਪਰ ਆਪਾਂ ਗੱਲ ਮੇਨ ਕੈਪੀਟਲ ਦੀ ਕਰ ਰਹੇ ਹਾਂ। ਓਨਰ ਜਿਹੜਾ ਕੈਪੀਟਲ ਲੈ ਕੇ ਆਊਗਾ, ਉਸ ਕੈਪੀਟਲ ਨੂੰ ਅਸੀਂ ਕਹਿ ਦਿੰਦੇ ਆ, ਉਹ ਕੈਪੀਟਲ, ਉਹ ਪੈਸਾ ਇਨਵੈਸਟਮੈਂਟ ਇਨ ਦਾ ਬਿਜ਼ਨਸ ਬਾਏ ਦਾ ਓਨਰ। ਜਿਹੜਾ ਪੈਸਾ ਬਿਜ਼ਨਸ ਦੇ ਵਿੱਚ ਓਨਰ ਦੇ ਦੁਆਰਾ ਇਨਵੈਸਟ ਕੀਤਾ ਹੋਇਆ, ਉਸ ਨੂੰ ਕਹਿੰਦੇ ਆ ਕੈਪੀਟਲ। ਸੈਕਿੰਡ ਨੰਬਰ 'ਤੇ ਆ ਗਿਆ ਪ੍ਰੋਪਰਾਈਟਰ। ਇਹ ਸੋਲ ਬਿਜ਼ਨਸ ਦੇ ਵਿੱਚ ਆ ਜਾਂਦਾ। ਸੋਲ ਓਨਰ ਮੀਨਸ ਇਕੱਲਾ ਵਿਅਕਤੀ ਜਦੋਂ ਆਪਣਾ ਕੋਈ ਬਿਜ਼ਨਸ ਸਟਾਰਟ ਕਰਦਾ, ਕੋਈ ਦੁਕਾਨ ਕਰਦਾ, ਕੋਈ ਗਰੋਸਰੀ ਦੀ ਸ਼ਾਪ ਹੈ ਜਾਂ ਕੋਈ ਸਟੇਸ਼ਨਰੀ ਦੀ ਸ਼ਾਪ ਹੈ ਜਾਂ ਕਿਸੇ ਕਿਸਮ ਦੀ ਕੋਈ ਸ਼ਾਪ ਖੋਲ੍ਹਦਾ ਆਪਣੀ, ਤਾਂ ਉਹ ਇਕੱਲਾ ਹੁੰਦਾ ਪਰਸਨ। ਸੋਲ ਓਨਰ ਇਕੱਲਾ ਪਰਸਨ ਹੁੰਦਾ, ਇਕੱਲਾ ਮਾਲਕ ਹੁੰਦਾ।
ਤਾਂ ਉਸਨੇ ਜਿਹੜਾ ਪੈਸਾ ਲਗਾਇਆ ਹੁੰਦਾ, ਇਨਵੈਸਟ ਕੀਤਾ ਹੁੰਦਾ, ਕੈਪੀਟਲ ਇਨਵੈਸਟ ਕੀਤੀ ਹੁੰਦੀ ਆ, ਉਸ ਨੂੰ ਕਹਿੰਦਾ ਪ੍ਰੋਪਰਾਈਟਰ। ਸੋਲ ਓਨਰ ਹੂ ਇਨਵੈਸਟ ਇਨ ਦਾ ਬਿਜ਼ਨਸ ਇਜ਼ ਕਾਲਡ ਦਾ ਪ੍ਰੋਪਰਾਈਟਰ ਆਫ ਦਾ ਬਿਜ਼ਨਸ। ਹੀ ਬ੍ਰਿੰਗਸ ਕੈਪੀਟਲ ਇਨ ਦਾ ਬਿਜ਼ਨਸ। ਥਰਡ ਹੈ ਫਿਕਸਡ ਕੈਪੀਟਲ। ਹੁਣ ਜਦੋਂ ਮੋਹਨ ਹੈ ਜਾਂ ਸ਼ਾਮ ਹੈ, ਕੋਈ ਵੀ ਹੈ, ਐਨੀ ਪਰਸਨ, ਉਹ ਆਪਣੀ ਸ਼ਾਪ ਕਰ ਰਿਹਾ, ਉਸ ਕੋਲ ਪੈਸਾ ਵੀ ਹੈਗਾ, ਕੈਪੀਟਲ ਹੈਗੀ ਹੈ, ਉਸ ਨੂੰ ਅਸੀਂ ਪ੍ਰੋਪਰਾਈਟਰ ਕਹਿ ਦਿੰਦੇ ਹਾਂ, ਸੋਲ ਓਨਰ ਹੈ। ਉਹ ਆਪਣੀ ਸ਼ਾਪ ਦੇ ਲਈ ਉਸ ਨੂੰ ਫਰਨੀਚਰ ਦੀ ਲੋੜ ਹੈ ਜਾਂ ਕੰਪਿਊਟਰ ਦੀ ਲੋੜ ਹੈ ਜਾਂ ਕਿਸੇ ਵੀ ਚੀਜ਼ ਦੀ ਉਸ ਨੂੰ ਸ਼ਾਪ ਦੀ ਲੋੜ ਹੈ, ਜਗ੍ਹਾ ਦੀ ਲੋੜ ਹੈ, ਤਾਂ ਉਸ ਚੀਜ਼ ਨੂੰ ਉਹ ਉਸ ਕੈਪੀਟਲ ਦੇ ਨਾਲ ਖਰੀਦਦਾ ਹੈਗਾ, ਖਰੀਦ ਕੇ ਲੈ ਆਉਂਦਾ। ਜਿਵੇਂ ਫਿਕਸਡ ਐਸਟ, ਉਸ ਨੂੰ ਅਸੀਂ ਕਹਿ ਦਿੰਦੇ ਹਾਂ ਫਿਕਸਡ ਐਸਟ। ਫਿਕਸਡ ਐਸਟ ਕੀ ਹੁੰਦੀ ਆ? ਵਿਚ ਵਿਲ ਬੀ ਯੂਜ਼ਡ ਫॉर ਲੌਂਗ ਟਾਈਮ ਇਨ ਦਾ ਬਿਜ਼ਨਸ ਐਂਡ ਇਜ਼ ਨੋਟ ਮੀਨਸ ਫॉर ਸੇਲ। ਉਹ ਚੀਜ਼, ਉਹ ਫਰਨੀਚਰ ਲੈ ਕੇ ਆਇਆ ਜਾਂ ਕੰਪਿਊਟਰ ਦੀ ਲੋੜ ਸੀ ਉਸ ਨੂੰ, ਕੰਪਿਊਟਰ ਜਾਂ ਅਲਮੀਰਾ ਬਣਾਈਆਂ ਜਾਂ ਕੁਛ ਵੀ ਉਸਨੇ ਫਿਕਸਚਰ ਵਗੈਰਾ ਕੁਛ ਵੀ ਲਗਾਇਆ ਉਹਦੇ ਵਿੱਚ, ਸ਼ਾਪ ਦੇ ਵਿੱਚ, ਤਾਂ ਉਹ ਚੀਜ਼ ਨੂੰ ਜਦੋਂ ਉਹ ਖਰੀਦ ਕੇ ਲੈ ਕੇ ਆਉਂਦਾ, ਉਹ ਚੀਜ਼ ਕੀ ਆ, ਉਹ ਉਸ ਦੀ ਐਸਟ ਬਣ ਜਾਂਦੀ ਆ। ਉਹ ਬਿਜ਼ਨਸ ਦੀ ਲਾ ਲਓ ਚਾਹੇ ਸ਼ਾਪਕੀਪਰ ਦੀ, ਉਸ ਦੀ ਐਸਟ ਆ ਉਹ। ਕਿਉਂ? ਕਿਉਂਕਿ ਉਹ ਲੌਂਗ ਟਾਈਮ ਲਈ ਉਹ ਲੈ ਕੇ ਆਇਆ, ਉਸ ਨੂੰ ਰੱਖਣ ਦੇ ਲਈ, ਯੂਜ਼ ਕਰਨ ਦੇ ਲਈ ਬਿਜ਼ਨਸ ਦੇ ਵਿੱਚ, ਨਾ ਕਿ ਉਸ ਨੂੰ ਸੇਲ ਕਰਨ ਦੇ ਲਈ, ਤਾਂ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਫਿਕਸਡ ਐਸਟ। ਉਸ ਤੋਂ ਬਾਅਦ ਆ ਜਾਂਦੀਆਂ ਗੁਡਸ। ਹੁਣ ਉਸਨੇ ਮੰਨ ਲਓ ਕੋਈ ਸਟੇਸ਼ਨਰੀ ਦੀ ਸ਼ਾਪ ਹੈ, ਉਹ ਕੁਛ ਗੁਡਸ ਲੈ ਕੇ ਆਇਆ, ਜਾਂ ਕੋਈ ਗਰੋਸਰੀ ਦੀ ਸ਼ਾਪ ਹੈ, ਉਹ ਗੁਡਸ ਲੈ ਕੇ ਆਇਆ। ਗੁਡਸ ਆਰ ਆਲਵੇਜ਼ ਪਰਚੇਜ਼ਡ ਫॉर ਰੀਸੇਲ। ਗੁਡਸ ਲੈ ਕੇ ਆਇਆ ਤਾਂ ਉਹ ਕਿਉਂ ਲੈ ਕੇ ਆਇਆ? ਕਿਉਂਕਿ ਉਹ ਰੀਸੇਲ ਕਰੇਗਾ, ਉਹਨਾਂ ਨੂੰ ਦੁਬਾਰਾ ਤੋਂ ਵੇਚੇਗਾ, ਸੇਲ ਕਰੇਗਾ। ਬੁੱਕ ਸ਼ਾਪ ਹੈ ਤਾਂ ਉਹ ਬੁੱਕ ਸਟੋਰ ਦੇ ਲਈ, ਆਪਣੇ ਦੇ ਲਈ ਬੁੱਕਸ ਲੈ ਕੇ ਆਊਗਾ, ਤਾਂ ਬੁੱਕਸ ਕੀ ਬਣ ਜਾਣਗੀਆਂ? ਉਹਦੀਆਂ ਗੁਡਸ ਬਣ ਜਾਣਗੀਆਂ। ਇੱਕ ਫਰਨੀਚਰ ਦਾ ਬਿਜ਼ਨਸ ਕਰ ਰਿਹਾ ਕੋਈ, ਤਾਂ ਉਹ ਫਰਨੀਚਰ ਖਰੀਦ ਕੇ ਲੈ ਕੇ ਆਇਆ, ਉਹ ਕਿਸ ਚੀਜ਼ ਦੇ ਲਈ, ਕਿਸ ਪਰਪਸ ਦੇ ਲਈ ਲੈ ਕੇ ਆਇਆ? ਉਹ ਸੇਲ ਕਰਨ ਦੇ ਲਈ, ਰੀਸੇਲ ਕਰਨ ਦੇ ਲਈ, ਤਾਂ ਉਸ ਨੂੰ ਕਹਿ ਦਿੰਦੇ ਆ ਗੁਡਸ। ਉਹ ਗੁਡਸ ਜਿਹੜੀਆਂ ਅੱਗੇ ਰੀਸੇਲ ਕਰਨੀਆਂ। ਹੁਣ ਇਹ ਜਿਹੜੀਆਂ ਗੁਡਸ ਉਹ ਖਰੀਦਦੇ ਆ, ਬਾਇੰਗ ਐਂਡ ਸੈਲਿੰਗ, ਜਿਸ ਨੂੰ ਅਸੀਂ ਕਹਿੰਦੇ ਹਾਂ ਪਹਿਲਾਂ ਖਰੀਦ ਕੇ ਲੈ ਕੇ ਆਇਆ, ਅੱਗੇ ਉਹ ਵੇਚੇਗਾ। ਦੋ ਚੀਜ਼ਾਂ ਆ ਗਈਆਂ ਇਸ ਦੇ ਵਿੱਚ, ਬਾਇੰਗ ਐਂਡ ਸੈਲਿੰਗ। ਬਾਇੰਗ ਪਰਚੇਜ਼, ਸੈਲਿੰਗ ਮੀਨ ਸੇਲਸ। ਤੁਹਾਨੂੰ ਪਤਾ ਹੀ ਹੈ ਸਭ ਨੂੰ, ਜਦੋਂ ਖਰੀਦ ਕੇ ਲੈ ਕੇ ਆਉਂਦਾ, ਬਾਇੰਗ ਮੀਨਸ ਪਰਚੇਜ਼ ਕਰਦਾ। ਉਹ ਪਰਚੇਜ਼ ਦੋ ਤਰੀਕੇ ਨਾਲ ਕਰੂਗਾ, ਕੈਸ਼ ਪਰਚੇਜ਼ ਐਂਡ ਕ੍ਰੈਡਿਟ ਪਰਚੇਜ਼। ਕੈਸ਼ ਪਰਚੇਜ਼ ਮੀਨਸ ਤੁਰੰਤ ਉਸੇ ਟਾਈਮ ਹੀ ਉਹ ਕੈਸ਼ ਪੇ ਕਰਦਾ, ਜਾਂ ਕੁਛ ਕੈਸ਼ ਪੇ ਕਰਦਾ, ਕੁਛ ਉਹ ਨਹੀਂ ਕਰਦਾ। ਉਹ ਕਹਿ ਦਿੰਦਾ ਕਿ ਮੈਂ ਥੋੜ੍ਹੀ ਦੇਰ ਬਾਅਦ ਜਾਂ ਮਹੀਨੇ ਬਾਅਦ, 2 ਮਹੀਨਿਆਂ ਬਾਅਦ, ਕੁਛ ਦਿਨਾਂ ਬਾਅਦ ਮੈਂ ਪੇ ਕਰ ਦੂੰਗਾ। ਉਸ ਨੂੰ ਕਹਿੰਦੇ ਕ੍ਰੈਡਿਟ ਪਰਚੇਜ਼, ਮਤਲਬ ਉਧਾਰ ਖਰੀਦੀ ਹੋਈ ਚੀਜ਼। ਕੁਛ ਕੈਸ਼ ਉਸਨੇ ਪੇ ਕੀਤਾ ਅਤੇ ਕੁਛ ਉਸਨੇ ਕਰਨਾ ਹੈ ਹਜੇ, ਇਨ ਫਿਊਚਰ ਉਸਨੇ ਹਜੇ ਪੇ ਕਰਨਾ ਹੈ, ਉਸ ਨੂੰ ਕਹਿ ਦਿੰਦੇ ਆ ਕ੍ਰੈਡਿਟ ਪਰਚੇਜ਼। ਇਹ ਦੋ ਚੀਜ਼ਾਂ ਤੁਹਾਡੇ ਲਈ ਨਵੀਆਂ, ਕੈਸ਼ ਪਰਚੇਜ਼, ਕ੍ਰੈਡਿਟ ਪਰਚੇਜ਼। ਇਸੇ ਤਰ੍ਹਾਂ ਸੇਲ ਹੁੰਦੀ ਆ, ਕੈਸ਼ ਸੇਲ, ਕ੍ਰੈਡਿਟ ਸੇਲ। ਇਹਨਾਂ ਦੇ ਵਿੱਚ ਕੀ ਫ਼ਰਕ ਹੈ? ਕੈਸ਼ ਪਰਚੇਜ਼ ਜਦੋਂ ਉਹ ਗੁਡਸ ਲੈ ਕੇ ਆਇਆ, ਖਰੀਦੀਆਂ ਉਸਨੇ ਵੇਚਣ ਦੇ ਲਈ, ਕੁਛ ਪੈਸੇ ਉਸਨੇ ਕੈਸ਼ ਦਿੱਤੇ ਅਤੇ ਕੁਛ ਉਸਨੇ ਕ੍ਰੈਡਿਟ। ਸਪਲਾਇਰ ਤੋਂ ਚੀਜ਼ ਲੈ ਕੇ ਆਇਆ ਤਾਂ ਸਪਲਾਇਰ ਜਿਹੜਾ ਉਸਦਾ ਕੀ ਬਣ ਗਿਆ? ਕ੍ਰੈਡੀਟਰ ਬਣ ਗਿਆ। ਉਸ ਨੂੰ ਉਸਨੇ ਪੈਸੇ ਦੇਣੇ ਆ। ਸਪਲਾਇਰ ਉਸਦਾ ਕੀ ਬਣ ਗਿਆ? ਕ੍ਰੈਡੀਟਰ। ਅਤੇ ਪਰਚੇਜ਼ਰ ਕੀ ਬਣ ਗਿਆ? ਡੈਟਰ। ਜਿਹੜਾ ਉਸ ਤੋਂ ਚੀਜ਼ ਖਰੀਦੂਗਾ, ਇਸਨੇ ਚੀਜ਼ ਵੇਚੀ ਅੱਗੇ, ਕੈਸ਼ ਸੇਲ ਕੀਤੀ ਹੈ। ਪਹਿਲਾਂ ਕੈਸ਼ ਪਰਚੇਜ਼ ਕਰਕੇ ਆਇਆ ਸੀ, ਹੁਣ ਕੈਸ਼ ਉਸਨੇ ਸੇਲ ਕੀਤੀ। ਜੇ ਤਾਂ ਕੈਸ਼ ਸੇਲ ਕਰਤੀ ਮੀਨਸ ਕੈਸ਼ ਉਸ ਨੂੰ ਇੰਸਟੈਂਟ, ਉਸੇ ਟਾਈਮ ਹੀ ਕੈਸ਼ ਉਸ ਨੂੰ ਮਿਲਿਆ, ਕਸਟਮਰ ਨੇ ਨਾਲ ਦੀ ਨਾਲ ਉਸ ਨੂੰ ਕੈਸ਼ ਪੇ ਕੀਤਾ। ਕੁਛ ਅਮਾਊਂਟ ਹੋ ਸਕਦਾ ਉਸਨੇ ਨਾ ਕੀਤੀ ਹੋਵੇ ਪੇ, ਜੇ ਨਾ ਕੀਤੀ, ਨਹੀਂ ਕੀਤੀ ਪੇ, ਇਨ ਫਿਊਚਰ ਉਸਨੇ ਕਰਨੀ ਹੈ ਹਜੇ ਪੇਮੈਂਟ, ਤਾਂ ਉਸ ਨੂੰ ਅਸੀਂ ਕਹਾਂਗੇ ਕ੍ਰੈਡਿਟ ਸੇਲ। ਜਿਵੇਂ ਇੱਥੇ ਸੀਗਾ ਕ੍ਰੈਡਿਟ ਪਰਚੇਜ਼, ਕ੍ਰੈਡਿਟ 'ਤੇ ਉਸਨੇ ਉਧਾਰਾ ਖਰੀਦਿਆ ਸੀ, ਇੱਥੇ ਉਧਾਰਾ ਵੇਚਿਆ, ਤਾਂ ਇੱਥੇ ਫਿਰ ਕਸਟਮਰ ਹੈ ਜਿਹੜਾ ਉਹ ਡੈਟਰ ਬਣ ਜੂਗਾ। ਮਤਲਬ ਜਿਸ ਨੇ ਪੈਸੇ ਦੇਣੇ ਹਨ ਉਹ ਡੈਟਰ, ਜਿਸ ਨੇ ਪੈਸੇ ਲੈਣੇ ਹਨ, ਸੈਲਰ ਨੇ ਪੈਸੇ ਲੈਣੇ ਹਨ, ਉਹ ਕ੍ਰੈਡਿਟਰ। ਤਾਂ ਇੱਥੇ ਤੁਹਾਡੀਆਂ ਗੁਡਸ ਤੋਂ ਬਾਅਦ ਕੀ ਹੋ ਗਿਆ? ਗੁਡਸ ਉਸਨੇ ਪਰਚੇਜ਼ ਕੀਤੀਆਂ ਕੈਸ਼ 'ਤੇ, ਕ੍ਰੈਡਿਟ 'ਤੇ, ਸੇਲ ਕੀਤੀਆਂ ਕੈਸ਼ 'ਤੇ, ਕ੍ਰੈਡਿਟ 'ਤੇ। ਇਸ ਦਾ ਮੀਨਿੰਗ ਤੁਹਾਨੂੰ ਸਮਝ ਆ ਗਿਆ। ਉਸ ਤੋਂ ਅੱਗੇ ਆ ਗਏ ਤੁਹਾਡੇ ਕ੍ਰੈਡੀਟਰ ਅਤੇ ਡੈਟਰ। ਤੁਹਾਨੂੰ ਹੋ ਗਿਆ ਕਲੀਅਰ ਕ੍ਰੈਡੀਟਰ ਕੌਣ ਹੁੰਦੇ ਆ ਅਤੇ ਡੈਟਰ ਕੌਣ ਹੁੰਦੇ ਆ। ਸਭ ਤੋਂ ਲਾਸਟ ਵਾਲੇ ਪੁਆਇੰਟ ਆ ਗਿਆ ਟ੍ਰਾਂਜੈਕਸ਼ਨਸ, ਜਿਹੜਾ ਸਾਡਾ ਮੇਨ ਹੈ ਅਕਾਊਂਟਿੰਗ ਦਾ, ਟ੍ਰਾਂਜੈਕਸ਼ਨਸ। ਆਲ ਆਫ these purchases, selling, paying expenses, anything that is goods or services
exchanged for money or money's worth are called transactions in accounting. Accounting ਦੇ ਵਿੱਚ transactions ਕੀ ਹੈ, ਕਿਹਨਾਂ ਨੂੰ ਕਿਹਾ ਜਾਂਦਾ transactions? all of these, ਇਹ ਸਾਰੀਆਂ ਚੀਜ਼ਾਂ ਜਿਹੜੀਆਂ purchasing, selling, paying expenses, ਕਿਸੇ ਵੀ ਕਿਸਮ ਦੇ ਕੋਈ ਖਰਚੇ ਪੇ ਕੀਤੇ ਆ, anything, ਕਿਸੇ ਵੀ ਕਿਸਮ ਦੇ, that is ਗੁੱਡਸ ਵੀ ਹੋ ਸਕਦੀਆਂ, ਉਹ ਸਰਵਿਸਿਜ਼ ਵੀ ਹੋ ਸਕਦੀਆਂ, ਐਕਸਚੇਂਜ ਫੋਰ ਮਨੀ, ਜਿਨ੍ਹਾਂ ਨੂੰ ਅਸੀਂ ਮਨੀ ਦੇ ਰੂਪ ਵਿੱਚ ਐਕਸਚੇਂਜ ਕਰਦੇ ਹਾਂ, ਔਰ ਮਨੀਜ਼ ਵਰਥ ਜਾਂ ਮਨੀ ਦੇ ਨਾਲ ਦੀ ਕੋਈ ਹੋਰ ਚੀਜ਼, ਉਹਨਾਂ ਟ੍ਰਾਂਜੈਕਸ਼ਨਸ ਨੂੰ ਅਸੀਂ ਕਹਿ ਦਿੰਦੇ ਹਾਂ ਅਕਾਊਂਟਿੰਗ। ਜਿਵੇਂ ਕੈਪੀਟਲ ਹੈ, ਕੈਪੀਟਲ ਮਨੀ ਹੈ, ਮਨੀ ਦੇ ਵਿੱਚ ਲਿਆਇਆ, ਪੈਸੇ ਲੈ ਕੇ ਆਇਆ ਬਿਜ਼ਨਸ ਦੇ ਵਿੱਚ, ਹੋ ਸਕਦਾ ਉਹ ਪੈਸੇ ਦੇ ਨਾਲ ਕੋਈ ਚੀਜ਼, ਉਸ ਕੋਲ ਘਰ ਕੋਈ ਫਰਨੀਚਰ ਪਿਆ, ਉਹਨੇ ਕਿਹਾ ਵੀ ਮੇਰੇ ਕੋਲ ਫਾਲਤੂ ਪਿਆ, ਮੈਂ ਬਿਜ਼ਨਸ ਦੇ ਵਿੱਚ ਲਗਾ ਦਿੰਦਾ, ਤਾਂ ਉਸ ਦੀ ਅਮਾਊਂਟ ਉਸ ਵਿੱਚ ਐਡ ਹੋ ਜਾਂਦੀ ਹੈ। ਉਸ ਕੋਲ ਕੋਈ ਪੁਰਾਣਾ ਕੰਪਿਊਟਰ ਪਿਆ ਸੀਗਾ, ਕੰਪਿਊਟਰ ਦਾ ਮੁੱਲ ਪਾ ਕੇ ਉਹਦੀ ਅਮਾਊਂਟ ਉਸ ਵਿੱਚ ਐਡ ਕਰਕੇ ਉਹ ਬਿਜ਼ਨਸ ਦੇ ਵਿੱਚ ਕੰਪਿਊਟਰ ਵੀ ਲਿਆਂਦਾ। ਕੈਪੀਟਲ ਪੈਸਾ, ਫਰਨੀਚਰ ਚੀਜ਼ਾਂ ਲੈ ਆਇਆ, ਫਰਨੀਚਰ ਲੈ ਆਇਆ, ਕੰਪਿਊਟਰ ਲੈ ਆਇਆ, ਤਾਂ ਇਹਨਾਂ ਸਾਰਿਆਂ ਨੂੰ ਐਡ ਕਰਕੇ, ਸਾਰਿਆਂ ਦੀ ਅਮਾਊਂਟ ਨੂੰ ਐਡ ਕਰਕੇ ਅਸੀਂ ਟੋਟਲ ਸਾਰੀ ਕੈਪੀਟਲ ਕਹਿ ਦਿੰਦੇ ਹਾਂ, ਓਨਰਸ ਕੈਪੀਟਲ ਆ ਜਾਂਦੀ ਹੈ ਸਾਰੀ। ਇੱਥੇ ਇਸ ਦਾ ਮੀਨਿੰਗ ਹੈ ਮਨੀ ਔਰ ਮਨੀਜ਼ ਵਰਥ, ਜਾਂ ਮਨੀ ਕੈਸ਼ ਦੇ ਵਿੱਚ ਪੈਸੇ, ਜਾਂ ਕੈਸ਼ ਦੇ ਰੂਪ ਵਿੱਚ ਕੋਈ ਚੀਜ਼ ਜਿਵੇਂ ਫਰਨੀਚਰ, ਕੰਪਿਊਟਰ, ਇਹ ਸਾਰੀਆਂ ਚੀਜ਼ਾਂ ਇਸ ਟ੍ਰਾਂਜੈਕਸ਼ਨ ਦੇ ਵਿੱਚ ਆ ਜਾਂਦੀਆਂ। ਅਕਾਊਂਟਿੰਗ ਦੀਆਂ ਇਹ ਸਾਰੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਕਿਸ ਤਰ੍ਹਾਂ ਦੀਆਂ? ਪਰਚੇਜ਼ਿੰਗ, ਸੈਲਿੰਗ, ਪੇਇੰਗ ਐਕਸਪੈਂਸਿਸ, ਐਨੀਥਿੰਗ that is goods, services, exchange for money or money's worth are called transactions in accounting. These transactions are recorded under different heads are known as accounts. ਜਿੰਨੀਆਂ ਵੀ ਇਹ ਟ੍ਰਾਂਜੈਕਸ਼ਨਸ ਹੈ, ਇਹ ਜਦੋਂ ਰਿਕਾਰਡ ਕੀਤੀਆਂ ਜਾਂਦੀਆਂ ਤਾਂ ਉਹ ਅਲੱਗ-ਅਲੱਗ ਡਿਫਰੈਂਟ ਹੈਡਸ ਦੇ ਵਿੱਚ ਡਿਫਰੈਂਟ ਅਕਾਊਂਟਸ ਦੇ ਵਿੱਚ, ਡਿਫਰੈਂਟ ਹੈਡਸ ਦੇ ਵਿੱਚ ਰਿਕਾਰਡ ਕੀਤੀਆਂ ਜਾਂਦੀਆਂ, ਉਹਨਾਂ ਨੂੰ ਹੀ ਅਕਾਊਂਟਸ ਕਹਿ ਦਿੰਦੇ ਆ, ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਖਾਤੇ। ਅਸੀਂ ਕਹਿ ਦਿੰਦੇ ਹਾਂ ਨਾ ਖਾਤਾ, ਇਹ ਖਾਤਾ, ਇਸ ਦਾ ਖਾਤਾ, ਇਹ ਮੋਹਨ ਦਾ ਖਾਤਾ, ਇਹ ਸ਼ਾਮ ਦਾ, ਇਹ ਸਾਰੇ ਖਾਤੇ ਹੁੰਦੇ ਆ, ਇਹਨਾਂ ਨੂੰ ਕਹਿ ਦਿੰਦੇ ਆ ਅਕਾਊਂਟਸ। ਇਸ ਤੋਂ ਅੱਗੇ ਆਪਾਂ ਨੈਕਸਟ ਟੌਪਿਕ ਦੇ ਵਿੱਚ ਕਰਾਂਗੇ, ਇਸ ਤੋਂ ਅੱਗੇ ਜਰਨਲ ਐਂਟਰੀ, ਅਕਾਊਂਟਿੰਗ ਇਕੁਏਸ਼ਨ ਸ਼ੁਰੂ ਕਰਾਂਗੇ ਇਸ ਤੋਂ ਅਗਲੇ ਟੌਪਿਕ ਦੇ ਵਿੱਚ।